अस्सलामुअलैकुम वरहमतुल्लाहि वबरकातुहू। चौधरी इरफान साहब की हाल है जी? अल्हम्दुलिल्लाह खैर खैरियत है जी, अल्हम्दुलिल्लाह शुक्र अल्लाह पाक दा। तबीयत से ठीक जी है। अल्हम्दुलिल्लाह। जानवरों का हाल सुनाओ माशाअल्लाह। जानवर माशाल्लाह ठीक है डॉक्टर साहब। वैक्सीन तो हो गई गल घुट हाँ जी वाली? बिल्कुल वैक्सीन हो गई है जनाब। अल्हम्दुलिल्लाह अल्हम्दुलिल्लाह। तो पहले तू कुछ बेहतर नजर आ रहे ने बहुत काफी माशाअल्लाह। बेहतर है जनाब। पट्ठे छट्टे ठीक खुआ रहे हो? पट्ठे बिल्कुल सर जिस तरह तुसी कहा सी ना बेचारे नु काट के थोड़ा खुश्क करना, हाँ हाँ उस तरह खुश्क कर रहे हैं। Very जिस तरह है बिल्कुल देखो चारा है हाँ हाँ ਇਹ ਬਰਸੀਨ ਆ ਚੌਡਲ ਆ, ਇਹਨਾਂ ਨੂੰ ਕੱਟ ਕੇ 2-3 ਘੰਟੇ ਧੁੱਪ ਲਵਾਈ ਦੀ ਆ, ਖੁਸ਼ਕ ਕਰਕੇ ਇਹਨਾਂ ਨੂੰ ਫਿਰ ਜਾਨਵਰਾਂ ਨੂੰ ਪਾਈਦਾ। ਇਹਦੇ ਨਾਲ ਤੁਹਾਡੀ ਹਦਾਇਤ ਤੇ ਅਮਲ ਕਰਕੇ ਸਾਨੂੰ ਕਾਫੀ ਜਾਨਵਰ ਕਾਫੀ ਬਿਹਤਰ ਹੋ ਗਏ ਸਾਡੇ ਅੱਗੇ ਨਾਲ। ਮਾਸ਼ਾਅੱਲਾ ਮਾਸ਼ਾਅੱਲਾ। ਕਿਉਂਕਿ ਜਦੋਂ ਪੱਠਿਆਂ ਦੇ ਉੱਤੇ ਸ਼ਬਨਮ ਰਹਿ ਜਾਏ ਨਾ ਹਾਂਜੀ ਉਹਦੇ ਨਾਲ ਜਾਨਵਰ ਬਿਮਾਰ ਹੋ ਜਾਂਦਾ ਹੈ। ਬਿਲਕੁਲ ਸਹੀ ਗੱਲ ਰੀ ਵਈ ਬਾਦੀ ਔਰ ਇਸ ਤੋਂ ਇਲਾਵਾ ਫੌਗ ਫੀਵਰ ਜਿਹਨੂੰ ਕਹਿੰਦੇ ਨੇ ਜੀ ਉਹ ਹੋ ਜਾਂਦਾ ਹੈ, ਆਕੜਾ ਹੋ ਜਾਂਦਾ ਹੈ, ਜਿਸਮ ਜਿਹੜਾ ਇਹਨਾਂ ਜਾਨਵਰਾਂ ਦਾ ਬਿਲਕੁਲ ਅਕੜ ਜਾਂਦਾ ਹੈ ਤੇ ਜਾਨਵਰ ਅੱਛੇ ਤਰੀਕੇ ਤੇ ਪਰਫਾਰਮ ਨਹੀਂ ਕਰਦਾ, ਜੁੜ ਜਾਂਦਾ ਹੈ ਜਾਨਵਰ। ਜੀ ਜੀ ਬਿਲकुल। ਤੇ ਮਾਸ਼ਾਅੱਲਾ ਇਸ ਤੋਂ ਇਲਾਵਾ ਤੂੜੀ ਛੁੜੀ ਪਾ ਰਹੇ ਹੋ ਨਾਲ ਮਿਕਸ ਕਰ ਰਹੇ ਹੋ? ਤੂੜੀ ਤਾਂ ਬਿਲਕੁਲ ਮਿਕਸ ਕਰਨੀ ਚਾਹੀਦੀ ਆ ਜਨਾਬ। ਉਹਨਾਂ ਨੇ ਜਿਸ ਤਰ੍ਹਾਂ ਕਿਹਾ ਸੀ ਮੁਖਤਸਰ ਕਿ ਅਸੀਂ ਤੁਹਾਡੀਆਂ ਗੱਲਾਂ ਤੇ ਅਮਲ ਕਰਕੇ ਸਭ ਚਾਰਾ ਨਾਲ ਤੂੜੀ ਮਿਕਸ ਕਰ ਰਹੇ ਆ। ਅਨਮੋਲ ਵੰਡਾ ਵੀ ਪਾ ਰਹੇ ਆ ਮਾਸ਼ਾਅੱਲਾ। ਕਾਫੀ ਯਾਨੀ ਕਿ ਇਹਨਾਂ ਚੀਜ਼ਾਂ ਦਾ ਬੈਨੀਫਿਟ ਮਿਲਿਆ। ਮੈਂ ਤੁਹਾਨੂੰ ਸਰ ਜਾਨਵਰ ਬਹੁਤ ਅੱਛੇ ਹੋ ਗਏ ਸਾਡੇ। ਵੈਰੀ ਗੁੱਡ। ਮੈਂ ਅਰਜ਼ ਕੀਤਾ ਸੀ ਕਿ ਨਮਕ ਦਾ ਢੇਲਾ ਵੀ ਰੱਖਣਾ ਹੈ ਜੀ ਬਿਲਕੁਲ ਸਰ, ਉਹ ਤੁਹਾਡੇ ਅੱਖਾਂ ਦੇ ਸਾਹਮਣੇ ਪਿਆ ਨਮਕ ਦਾ ਢੇਲਾ। ਹਾਂਜੀ ਬਿਲਕੁਲ। ਉਹਦੇ ਨਾਲ ਜਾਨਵਰਾਂ ਦੀ ਸਕਿਨ ਬਿਹਤਰ ਹੋ ਗਈ ਆ, ਹਾਜ਼ਮਾ ਠੀਕ ਆ ਅੱਗੇ ਨਾਲੋਂ। ਜਾਨਵਰ ਜਿਹੜਾ ਮੂੰਹ ਚੋਂ ਲਾਲੂ ਕੇਰਦਾ ਸੀ ਉਹ ਬਿਹਤਰ ਹੋ ਗਈ। ਬਾਇਆਬਾਦੀ ਜ਼ਿਆਦਾ ਕਰਦਾ ਨਾ ਸਬਜ਼ ਚਾਰਾ ਜਿਹੜਾ, ਉਹਦੀ ਵਜ੍ਹਾ ਤੋਂ ਜ਼ਿਆਦਾ ਅੱਗੇ ਨਾਲੋਂ ਯਾਨੀ ਕਿ ਜਾਨਵਰ ਸਾਡੇ ਕਾਫੀ ਬਿਹਤਰ ਹੋ ਗਏ। ਹੁਣ ਇਸ ਤਰ੍ਹਾਂ ਹੈ ਕਿ ਪੇਟ ਦੇ ਕੀੜਿਆਂ ਵਾਸਤੇ ਇੱਕ ਦਫਾ ਦਵਾਈ ਲਾਜ਼ਮੀ ਦਿਓ। ਸਾਲ ਵਿੱਚ 3 ਦਫਾ ਇਹ ਕਮ ਅਜ਼ ਕਮ ਦਵਾਈ ਦੇਣੀ ਚਾਹੀਦੀ। 4 ਦਫਾ ਵੀ ਦੇ ਸਕਦੇ ਹੋ। ਹਰ 3 ਮਹੀਨੇ ਬਾਅਦ ਦਿਓਗੇ ਤੇ ਪੂਰੇ ਸਾਲ ਵਿੱਚ 4 ਦਫਾ। ਅਗਰ ਹਰ 4 ਮਹੀਨੇ ਬਾਅਦ ਦਿਓਗੇ ਤੇ ਪੂਰੇ ਸਾਲ ਵਿੱਚ 3 ਦਫਾ। ਤੇ ਇਹ ਇਨਸ਼ਾਅੱਲਾ ਤੁਸੀਂ ਲਾਜ਼ਮੀ ਇਸਤੇਮਾਲ ਕਰਾਓ। ਅੱਜ ਅਸੀਂ ਆਪਣੇ ਨਾਲ ਲੈ ਕੇ ਵੀ ਆਏ ਹਾਂ ਇਨਸ਼ਾਅੱਲਾ। ਉਹਦੇ ਨਾਲ ਪੇਟ ਦੇ ਕੀੜੇ, ਜਿਗਰ ਦੇ ਕੀੜੇ ਔਰ ਫੇਫੜਿਆਂ ਦੇ ਕੀੜੇ ਜੀ ਇਹ ਸਾਰੇ ਇਨਸ਼ਾਅੱਲਾ ਨਿਕਲ ਜਾਣਗੇ, ਸਾਫ਼ ਹੋ ਜਾਣਗੇ। ਇਹਨਾਂ ਦਾ ਹਾਜ਼ਮਾ, ਇਹਨਾਂ ਦਾ ਚਰਾ ਸ਼ਰਾ ਸਾਰਾ ਬਿਹਤਰ ਹੋ ਜਾਏਗਾ ਇਨਸ਼ਾਅੱਲਾ। ਮਜ਼ੀਦ ਥੋੜਾ ਜਿਹਾ ਤੁਸੀਂ ਇੰਪਰੂਵ ਕਰੋ, ਸਫਾਈ ਜ਼ਰਾ ਬਿਹਤਰ ਕਰ ਲਓ ਕਿਉਂਕਿ ਸਫਾਈ ਅਗਰ ਬਿਹਤਰ ਨਾ ਹੋਵੇ ਨਾ, ਜਿਸ ਟਾਈਮ ਗਰਮੀ ਦਾ ਸਟਾਰਟ ਹੋਏਗਾ ਨਾ ਫਿਰ ਇੱਥੇ ਚਿਚੜੀ ਦਾ ਮਸਲਾ ਆ ਜਾਣਾ ਖੁਦਾ ਨਾ ਖਾਸਤਾ। ਅਗਰ ਉਹ ਚਿਚੜੀ ਆ ਜਾਏ ਔਰ ਉਹ ਇੱਕ ਚਿਚੜ ਹੁੰਦਾ ਹੈ ਖਾਸ ਕਿਸਮ ਦਾ, ਹਾਈਲੋਮਾ ਉਹਨੂੰ ਕਹਿੰਦੇ ਨੇ। ਅਗਰ ਉਹ ਚਿਮੜ ਜਾਏ ਜਾਨਵਰਾਂ ਨੂੰ ਤੇ ਫਿਰ ਜਿਹੜਾ ਬੰਦਾ ਦੁੱਧ ਚੋ ਰਿਹਾ ਹੈ ਜਾਂ ਕੋਈ ਡਾਕਟਰ, ਇਹਨੂੰ ਜ਼ਰਾ ਪਿੱਛੇ ਕਰ ਦਿਓ ਇਹਨੂੰ, ਔਰ ਜਿਹੜਾ ਡਾਕਟਰ ਟ੍ਰੀਟਮੈਂਟ ਕਰ ਰਿਹਾ ਜਾਨਵਰਾਂ ਦੀ, ਜਾਂ ਅਗਰ ਕੋਈ ਕਸਾਈ ਹੈ ਖੁਦਾ ਨਾ ਖਾਸਤਾ, ਅਗਰ ਉਹਨੂੰ ਜਾਨਵਰ ਦੇ ਦਿੱਤਾ ਔਰ ਜਾਨਵਰ ਨੂੰ ਚਿਚੜ ਲੱਗੇ ਹੋਏ ਨੇ ਔਰ ਜਨਾਬ ਅਲੀ ਉਹਨੇ ਸਕਿਨ ਵਗੈਰਾ ਉਹਦੀ ਜਦੋਂ ਉਤਾਰਨੀ ਹੈ, ਚਮੜਾ ਉਤਾਰਨਾ ਹੈ, ਤੇ ਉਹ ਚਿਚੜ ਅਗਰ ਇਨਸਾਨ ਨੂੰ ਲੱਗ ਜਾਏ ਔਰ ਉਹਨੂੰ ਕੱਟ ਲਵੇ ਤੇ ਫਿਰ ਕਾਂਗੋ ਬੁਖਾਰ ਹੋ ਜਾਂਦਾ ਹੈ। ਕਾਂਗੋ ਬੁਖਾਰ ਇਨਸਾਨਾਂ ਦੇ ਵਿੱਚ ਇੱਕ ਜਾਨਲੇਵਾ ਮਰਜ਼ ਹੈ ਔਰ ਉਹਦੇ ਨਾਲ ਕੀ ਹੁੰਦਾ ਜਨਾਬ, ਅੱਲਾਹ ਤਾਲਾ ਮਹਿਫੂਜ਼ ਰੱਖੇ ਸਭ ਨੂੰ। ਸਰ ਦਰਦ ਕਰਦਾ ਹੈ, ਬੁਖਾਰ ਬਹੁਤ ਤੇਜ਼ ਹੋ ਜਾਂਦਾ ਹੈ, ਅੱਖਾਂ ਲਾਲ ਹੋ ਜਾਂਦੀਆਂ ਨੇ, ਜਿਸਮ ਦੇ ਉੱਤੇ ਸੁਰਖ ਰੰਗ ਦੇ ਧੱਬੇ ਪੈ ਜਾਂਦੇ ਨੇ, ਠੀਕ ਹੈ ਨਾ ਜੀ, ਜਿਸਮ ਟੁੱਟਣ ਲੱਗ ਪੈਂਦਾ ਹੈ ਔਰ ਬਹੁਤ ਤੇਜ਼ ਬੁਖਾਰ ਹੁੰਦਾ ਹੈ। ਔਰ ਇਹ ਹੁੰਦਾ ਹੈ ਕਿ ਜਨਾਬ ਜਿਹੜੇ ਛੋਟੇ ਛੋਟੇ ਕੈਪਿਲਰੀਜ਼ ਹੁੰਦੀਆਂ ਨੇ ਨਾ, ਛੋਟੇ ਛੋਟੇ ਨਾਲੀਆਂ ਖੂਨ ਦੀਆਂ, ਉਹ ਫਟ ਜਾਂਦੀਆਂ ਨੇ। ਉਹਦੀ ਵਜ੍ਹਾ ਨਾਲ ਜਨਾਬ ਬਲੀਡਿੰਗ ਹੋ ਜਾਂਦੀ ਸ਼ੁਰੂ ਤੇ ਬੰਦਾ ਮਰ ਜਾਂਦਾ ਹੈ। ਔਰ ਜਿਸ ਜਾਨਵਰ ਨੂੰ ਇਹ ਚਿਚੜ ਲੱਗਾ ਹੁੰਦਾ ਹੈ ਹਾਈਲੋਮਾ, ਉਹ ਜਾਨਵਰ ਕਮਜ਼ੋਰ ਹੋ ਜਾਂਦਾ ਹੈ। ਉਹਦੇ ਦੁੱਧ ਦੀ ਪੈਦਾਵਾਰ, ਉਹਦੀ ਜਨਾਬ ਅਲੀ ਗੋਸ਼ਤ ਦੀ ਪੈਦਾਵਾਰ ਉਹ ਵੀ ਬਹੁਤ ਘਟ ਜਾਂਦੀ। ਠੀਕ ਹੈ ਜੀ। ਇਸ ਤੋਂ ਇਲਾਵਾ ਕੀ ਹੁੰਦਾ ਹੈ ਕਿ ਉਸ ਜਾਨਵਰ ਨੂੰ ਹਰ ਟਾਈਮ ਸਟ੍ਰੈਸ ਔਰ ਦਬਾਅ ਰਹਿੰਦਾ ਹੈ, ਜਿਹਦੀ ਵਜ੍ਹਾ ਨਾਲ ਉਹ ਮਜ਼ੀਦ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦਾ ਹੈ। ਲਿਹਾਜ਼ਾ ਸਫਾਈ ਬਹੁਤ ਜ਼ਰੂਰੀ ਹੈ ਤਾਕਿ ਚਿਚੜੀ ਤੋਂ ਵੀ ਨਿਜਾਤ ਰਵੇ। ਬਾਕੀ ਜੂਆਂ, ਖਾਰਿਸ਼, ਐਲਰਜੀ ਔਰ ਇਸ ਤਰ੍ਹਾਂ ਦੇ ਐਕਟੋ ਪੈਰਾਸਾਈਟ, ਜਿਸਮ ਦੇ ਉੱਪਰ ਵਾਲੇ ਜਿਹੜੇ ਪੈਰਾਸਾਈਟ ਨੇ ਨਾ, ਉਹ ਨਾ ਹੋਣ। ਜਜ਼ਾਕੱਲਾਹੁ ਖੈਰਾ। ਇਹੀ ਮੈਸੇਜ ਸੀ ਜੀ।